ਵਾਹਿਗੁਰੂ ਸਾਹਿਬ ਜੀ। ਤੁਦੇ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ, ਸੁਕਾਉ ਹਟਲ ਗੁਰ ਸੇ। ਆਹਨਿਸ ਸਾਹਜ ਸੁਭਾ, ਦਰਸ਼ਨ ਪਰਸੈ। ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸੰਮਦੀ। ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪੰਜਵਾ, ਘਰ ਤੀਜਾ, ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। 184 ਭਰਮ ਤੇ ਦੁਲੱਭ ਜਨਮ ਅਬ ਪਾਇਓ। ਰੇ ਮੂੜੇ ਤੂੰ ਹੋਛੈ ਰਸ ਲਪਟਾਇਓ। ਅੰਮ੍ਰਿਤ ਸੰਗ ਬਸਤ ਹੈ ਤੇਰੇ, ਵਿਖਿਆ ਸਿਉ ਉਰਝਾਇਓ। 184 ਭਰਮ ਤੇ ਦੁਲੱਭ ਜਨਮ ਅਬ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਓ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪੰਜਵਾ, ਘਰ ਤੀਜਾ, ਅਸ਼ਟਪਦੀਆਂ। ਮਾਰੂ ਰਾਗ ਦਾ ਇਹ ਸ਼ਬਦ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਦੀ ਅਸ਼ਟਪਦੀਆਂ ਉਚਾਰਨ ਕਰਦਾ। ਕੱਲ੍ਹ ਆਪਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀਆਂ ਦੀ ਇੱਕ ਅਸ਼ਟਪਦੀ ਜੋ ਹੈ ਉਹ ਸਰਵਣ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇੱਥੇ ਕੋਈ ਅਸ਼ਟਪਦੀ ਨਹੀਂ ਉਚਾਰੀ ਹੈ। ਇਸ ਤੋਂ ਅੱਗੇ ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਅਸ਼ਟਪਦੀ ਬਖਸ਼ਿਸ਼ ਕਰਦੇ। ਤੀਜੇ ਘਰ ਦਾ ਇਹ ਸ਼ਬਦ ਹੈ ਤੇ ਮਹਾਰਾਜ ਜੀ 8 ਪੌੜੀਆਂ ਦਾ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਅਕਾਲ ਪੁਰਖ ਇੱਕ ਹੈ, ਗੁਰੂ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। 184 ਭਰਮ ਤੇ ਮਹਾਰਾਜ ਕਹਿਣ ਲੱਗੇ, ਭਾਈ 84 ਲੱਖ ਜੂਨਾਂ ਵਿੱਚ ਤੂੰ ਭਰਮਾਇਆ ਗਿਆ ਹੈ, ਫੇਰਿਆ ਗਿਆ ਹੈ। ਭਾਵੇਂ ਕਿ ਕਈ ਮਤ ਜਾਂ ਕਈ ਧਰਮ ਇਸ ਗੱਲ ਨੂੰ ਮੰਨਦੇ ਨਹੀਂ। ਕਈ ਮਤ ਇਹ ਗੱਲ ਕਹਿੰਦੇ ਨੇ ਮਨੁੱਖ ਮਰ ਕੇ ਮਨੁੱਖ ਬਣਦਾ ਹੈ, ਪਸ਼ੂ ਮਰ ਕੇ ਪਸ਼ੂ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੈਸੀ ਮਨ ਕੀ ਬਾਸਨਾ ਸਾਈ ਅੰਤ ਪ੍ਰਗਟਾਨੀ। ਗੁਰਬਾਣੀ ਦਾ ਮਾਂ ਵਾਕ ਇਹ ਹੈ ਵੀ ਜਿਸ ਤਰ੍ਹਾਂ ਦੀ ਵਾਸ਼ਨਾ ਅੰਤ ਵੇਲੇ ਹੋ ਜਾਵੇ ਉਹੋ ਜਿਹਾ ਸਰੀਰ ਵੀ ਮਿਲਦਾ ਹੈ। ਅੰਤਕਾਲ ਲੜਕੇ ਸਿਮਰੇ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਇਹ ਇੱਕ ਪ੍ਰਮਾਣ ਹੈ। ਮਰਨ ਵੇਲੇ ਪੁੱਤਰ ਚੇਤੇ ਆਇਆ, ਸੂਰੀ ਦਾ ਜਨਮ ਮਿਲਿਆ ਹੈ। ਮਰਨ ਵੇਲੇ ਘਰ ਚੇਤੇ ਆਇਆ, ਪ੍ਰੀਤ ਦਾ ਜਨਮ ਮਿਲਿਆ ਹੈ। ਸੋ ਮਹਾਰਾਜ ਕਹਿਣ ਲੱਗੇ, ਭਾਈ ਗੁਰਮਤਿ ਇਹ ਗੱਲ ਕਹਿੰਦੀ ਹੈ ਵੀ 84 ਲੱਖ ਜੂਨਾਂ ਨੇ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ।
ਇਹ ਬਚਨ ਮਹਾਰਾਜ ਜੀਆਂ ਦੇ ਵੀ ਕਈ ਜਨਮ ਤੈਨੂੰ ਪਹਾੜ ਤੇ ਪੱਥਰ ਬਣਾਇਆ ਪਰਮਾਤਮਾ ਨੇ, ਉਹ ਵੀ ਇੱਕ ਜੂਨ ਹੈ। ਕਈ ਜਨਮ ਤੂੰ ਗਰਭ ਦੇ ਵਿੱਚ ਆ ਕੇ ਪਸ਼ੂ ਪੰਛੀ ਵੀ ਬਣਿਆ ਹੈ। ਸੋ ਇਸ ਕਰਕੇ ਇਹ ਤੂੰ ਇਹ ਨਾ ਸਮਝ ਵੀ ਮੈਂ ਸਿੱਧਾ ਹੀ ਪਰਮਾਤਮਾ ਦੇ ਕੋਲੋਂ ਆ ਕੇ ਤੇ ਮਨੁੱਖਾ ਜਨਮ ਦੇ ਵਿੱਚ ਆਇਆ। ਨਹੀਂ, ਮਨੁੱਖਾ ਜਨਮ ਦੇ ਵਿੱਚ ਆਉਣ ਤੋਂ ਪਹਿਲਾਂ ਤੂੰ 84 ਲੱਖ ਜੂਨਾਂ ਵਿੱਚ ਫਿਰਿਆ ਹੈ। ਸੋ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਇਹਨਾਂ ਜੂਨਾਂ ਵਿੱਚ ਕਦੇ ਮੱਛੀ ਬਣ ਗਿਆ, ਕਦੇ ਸੱਪ ਬਣ ਗਿਆ, ਕਦੇ ਬੈਲ ਬਣ ਗਿਆ, ਕਦੇ ਘੋੜਾ ਬਣ ਗਿਆ। ਇਹਨਾਂ 84 ਲੱਖ ਜੂਨਾਂ ਵਿੱਚ ਤੂੰ ਬਹੁਤ ਜ਼ਿਆਦਾ ਭਰਮਿਆ ਹੈ। ਮਨੁੱਖਾ ਜਨਮ ਐਵੇਂ ਨਹੀਂ ਮਿਲਿਆ। ਇਸ ਮਨੁੱਖਾ ਜਨਮ ਦੀ ਕਦਰ ਕਰ ਜਿੰਨੀ ਕਰ ਸਕਦਾ ਹੈ। ਇਹਦਾ ਲਾਹਾ ਲੈ ਨਾਮ ਜਪ ਕੇ ਜਿੰਨਾ ਲੈ ਸਕਦਾ ਹੈ। ਇਹ ਜਿਹੜੇ ਤੂੰ ਧੰਦਿਆਂ ਵਿੱਚ ਪਿਆ ਹੈ, ਵਕਾਰਾਂ ਵਿੱਚ ਪਿਆ ਹੈ, ਇਹ ਤਾਂ ਬਾਕੀ ਜਨਮਾਂ ਦੇ ਵਿੱਚ ਵੀ ਧੰਦੇ ਹੋ ਜਾਣਗੇ, ਬਾਕੀ ਜਨਮਾਂ ਦੇ ਵਿੱਚ ਵੀ ਵਕਾਰ ਭੋਗੇ ਜਾਣਗੇ। ਪਰ ਮਨੁੱਖਾ ਜਨਮ ਦੇ ਵਿੱਚ ਕੇਵਲ ਨਾਮ ਜਪਿਆ ਜਾਣਾ ਹੈ। ਇਹ ਤੇਰਾ ਅਵਸਰ, ਇਹ ਤੇਰੀ ਬਾਰ ਘਟ ਭੀਤਰ ਤੂੰ ਦੇਖ ਮੁਰਾਰ, ਇਹ ਤੇਰਾ ਅਵਸਰ ਹੈ।
ਘਰ ਚੀਤ ਨਾ ਆਇਓ। ਉਹ ਘਰ ਤੈਨੂੰ ਚੇਤੇ ਹੀ ਨਹੀਂ ਆਇਆ, ਕਦੇ ਮਨ ਵਿੱਚ ਇਹ ਆਇਆ ਹੀ ਨਹੀਂ ਹੈ ਕਿ ਮੈਂ ਉਹ ਘਰ ਨੂੰ ਚੇਤੇ ਕਰਾਂ ਜਿਸ ਘਰ ਵਿੱਚ ਮੈਂ ਸਰੀਰ ਛੱਡ ਕੇ ਜਾਣਾ ਹੈ। ਨਹੀਂ ਚੇਤੇ ਹੈ ਸਾਨੂੰ ਤੇ ਆ ਦੁਨਿਆਵੀ ਘਰ ਜਿਹੜਾ ਬਣਾਈ ਬੈਠੇ ਆ 4 ਇੱਟਾਂ ਲਾ ਕੇ, ਉਹੀ ਚੇਤੇ ਆਉਂਦਾ ਹੈ। ਪਰ ਜਿੱਥੇ ਸਰੀਰ ਛੱਡ ਕੇ ਸਦਾ ਵਾਸਤੇ ਜਾਣਾ ਨਾ, ਉਹ ਘਰ ਕਦੇ ਚੇਤੇ ਹੀ ਨਹੀਂ ਆਇਆ, ਕਦੇ ਉਹਦੀ ਤਿਆਰੀ ਨਹੀਂ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ ਐਸੀ ਤੇਰੀ ਹਾਲਤ ਹੈ। ਅਟਲ ਅਖੰਡ ਪ੍ਰਾਣ ਸੁਖਦਾਈ, ਇੱਕ ਨਿਮਕ ਨਹੀਂ ਤੁਝ ਗਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਅਟਲ ਹੈ, ਸਦਾ ਰਹਿਣ ਵਾਲਾ। ਉਹਨੂੰ ਕਦੇ ਨਿਮਖ ਜਿੰਨਾ ਸਮਾਂ ਵੀ ਚੇਤੇ ਨਹੀਂ ਕੀਤਾ ਹੈ। ਇੱਕ ਨਿਮਖ ਜਿੰਨਾ ਸਮਾਂ, ਅੱਖ ਨੂੰ ਖੋਲ੍ਹਣਾ ਤੇ ਬੰਦ ਕਰਨਾ, ਕਦੇ ਇੰਨਾ ਸਮਾਂ ਵੀ ਤੇਰੇ ਮਨ ਵਿੱਚ ਨਹੀਂ ਆਇਆ ਵੀ ਮੈਂ ਉਹਨੂੰ ਚੇਤੇ ਕਰਨਾ ਕਰਾਂ, ਜਿਹੜਾ ਪਰਮਾਤਮਾ ਸਦਾ ਰਹਿਣ ਵਾਲਾ ਤੇ ਸੁਖ ਦੇਣ ਵਾਲਾ ਹੈ। ਅਟਲ ਅਖੰਡ ਪ੍ਰਾਣ ਸੁਖਦਾਈ, ਉਹ ਪਰਮਾਤਮਾ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ, ਅਟਲ ਸਦਾ ਰਹਿਣ ਵਾਲਾ ਤੇ ਸੁਖ ਦੇਣ ਵਾਲਾ ਹੈ। ਇੱਕ ਨਿਮਕ ਨਹੀਂ ਤੁਝ ਗਾਇਓ। ਤੂੰ ਇੱਕ ਨਿਮਖ ਜਿੰਨਾ ਸਮਾਂ ਵੀ ਕਦੇ ਉਹਨੂੰ ਗਾਇਆ ਨਹੀਂ, ਕਦੇ ਉਹਨੂੰ ਧਿਆਇਆ ਨਹੀਂ, ਕਦੇ ਉਹਨੂੰ ਚੇਤੇ ਨਹੀਂ ਕੀਤਾ ਹੈ। ਜਹਾਂ ਜਾਣਾ ਸੋ ਥਾਨ ਵਿਸਾਰਿਓ। ਗੁਰਮੁਖੋ ਇਹ ਸਰੀਰ ਛੱਡ ਕੇ ਜਿੱਥੇ ਜਾਣਾ ਹੈ, ਸਾਰਿਆਂ ਨਹੀਂ ਜਾਣਾ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਬਾਣੀ ਦਾ ਬਚਨ ਹੈ ਨਾ, ਘਰ ਘਰ ਇਹੋ ਪਹੁੰਚਾ ਸਦੜੇ ਨਿਤ। ਇਹ ਹਰੇਕ ਨੂੰ ਸੱਦਾ ਪੈ ਰਿਹਾ ਹੈ। ਕਿਸੇ ਨੂੰ ਸੱਦਾ ਅੱਜ ਪੈ ਗਿਆ, ਕਿਸੇ ਨੂੰ ਕੱਲ੍ਹ ਪੈ ਜਾਣਾ। ਕੋਈ 2-4 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਿਆ, ਕੋਈ 2-4 ਸਾਲ ਬਾਅਦ ਜਾਵੇਗਾ। ਆਪਣੇ ਪਰਿਵਾਰ ਵੱਲ ਵੇਖੀਏ, ਪੁਰਾਣਿਆਂ ਨੂੰ ਵੱਡਿਆਂ ਨੂੰ ਚੇਤੇ ਕਰੀਏ। ਕਿਸੇ ਦੀ ਮੌਤ 10 ਸਾਲ ਪਹਿਲਾਂ ਹੋਈ ਹੈ, ਕਿਸੇ ਦੀ 10 ਸਾਲ ਬਾਅਦ ਹੋਈ ਹੈ, ਪਰ ਚਲੇ ਤੇ ਸਾਰੇ। ਘਰ ਘਰ ਇਹੋ ਪਹੁੰਚਾ, ਘਰਾਂ ਘਰਾਂ ਵਿੱਚ ਇਹ ਸੱਦਾ ਹੈ, ਸਦੜੇ ਨਿਤ ਪਵਨ। ਇਸ ਕਰਕੇ ਸੱਦਨ ਹਾਰਾ, ਫਿਰ ਚੇਤੇ ਵੀ ਉਹਨੂੰ ਕਰੀਏ ਨਾ ਜਿਹਨੇ ਸੱਦਣਾ ਹੈ, ਜਿਹਨੇ ਬੁਲਾਉਣਾ ਹੈ, ਉਹਨੂੰ ਚੇਤੇ ਕਰੀਏ। ਸੱਦਨ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਉਹ ਦਿਨ ਆਉਣਾ ਹੈ ਜਦੋਂ ਦੁਨੀਆ ਛੱਡ ਕੇ ਜਾਣਾ ਹੈ। ਮਹਾਰਾਜ ਕਹਿਣ ਲੱਗੇ ਜਹਾਂ ਜਾਣਾ ਸੋ ਥਾਨ ਵਿਸਾਰਿਓ। ਜਿੱਥੇ ਸਰੀਰ ਛੱਡ ਕੇ ਜਾਣਾ ਹੈ ਪਰਲੋਕ ਦੇ ਵਿੱਚ, ਉਹ ਥਾਂ ਨੂੰ ਭੁਲਾ ਬੈਠਾ ਹੈ। ਇੱਕ ਨਿਮਕ ਨਹੀਂ ਮਨ ਲਾਇਓ। ਚਲੋ ਭੁੱਲ ਗਿਆ, ਘੰਟੇ ਵਾਸਤੇ 2 ਘੰਟਿਆਂ ਵਾਸਤੇ ਭੁੱਲ ਗਿਆ, ਪਰ ਤੂੰ ਤੇ ਕਦੇ ਚੇਤੇ ਹੀ ਨਹੀਂ ਕੀਤਾ। ਇਹੋ ਜਿਹਾ ਭੁੱਲਿਆ ਹੈ ਉਸ ਪਰਲੋਕ ਨੂੰ ਜਿੱਥੇ ਜਾਣਾ ਵੀ ਕਦੇ ਨਹੀਂ ਚੇਤੇ ਕੀਤਾ। ਤੇ ਥੋੜੇ ਸਮੇਂ ਵਾਸਤੇ ਭੁੱਲਿਆ ਤੇ ਫਿਰ ਚੇਤੇ ਆ ਗਿਆ। ਚੇਤੇ ਆਉਣ ਕਰਕੇ ਚਲੋ ਬੰਦਾ ਇਹ ਗੱਲ ਕਹਿੰਦਾ ਵੀ ਮੈਨੂੰ ਭੁੱਲਣਾ ਨਹੀਂ ਸੀ ਚਾਹੀਦਾ, ਪਰ ਤੂੰ ਤੇ ਇਹੋ ਜਿਹਾ ਭੁੱਲ ਕੇ ਬੈਠਾ ਵੀ ਕਦੇ ਤੈਨੂੰ ਉਹ ਪਰਲੋਕ ਚੇਤੇ ਹੀ ਨਹੀਂ ਆਇਆ ਵੀ ਜਿੱਥੇ ਮੈਂ ਜਾਣਾ ਹੈ। ਪੁੱਤਰ ਕਲੱਤਰ ਗ੍ਰਹਿ ਦੇਹ ਸਮਗਰੀ। ਮਹਾਰਾਜ ਜੀ ਨੂੰ ਪੁੱਛਿਆ ਸਤਿਗੁਰੂ ਇੰਨਾ ਭੁੱਲ ਕਿਉਂ ਗਿਆ ਹੈ, ਕੀ ਕਾਰਨ ਹੈ ਵੀ ਬਿਲਕੁਲ ਹੀ ਭੁੱਲ ਕੇ ਬੈਠਾ ਹੈ। ਮਹਾਰਾਜ ਕਹਿਣ ਲੱਗੇ ਭੁਲਾ ਦਿੱਤਾ ਹੈ ਇਹਨੂੰ ਇਹਦੇ ਪੁੱਤਰਾਂ ਦੇ ਮੋਹ ਨੇ। ਪੁੱਤਰਾਂ ਦਾ ਮੋਹ ਹੀ ਇਹੋ ਜਿਹਾ ਪੈ ਗਿਆ, ਉਹ ਭੁੱਲ ਹੀ ਗਿਆ ਵੀ ਮੈਂ ਸਰੀਰ ਛੱਡ ਕੇ ਕਿਤੇ ਹੋਰ ਪਾਸੇ ਵੀ ਜਾਣਾ ਨਹੀਂ, ਮੈਂ ਇਹਨਾਂ ਪੁੱਤਰਾਂ ਦੇ ਵਿੱਚ ਹੀ ਰਹਿਣਾ ਹੈ, ਇਹਨਾਂ ਨੂੰ ਪਾਲਣਾ ਹੈ, ਇਹਨਾਂ ਨੂੰ ਨੌਕਰੀ ਤੇ ਲਾਉਣਾ ਹੈ, ਇਹਨਾਂ ਦੇ ਵਿਆਹ ਕਰਨੇ। ਇੱਥੋਂ ਤੱਕ ਦਾਦਾ ਵੀ ਇਹ ਗੱਲ ਕਹਿ ਦਿੰਦਾ ਵੀ ਪਤਾ ਨਹੀਂ ਕਦੋਂ ਜਮਾਂ ਦਾ ਸਣਿਆ ਹੋਣਾ, ਪੋਤਰੇ ਦਾ ਵਿਆਹ ਹੀ ਵਿਖਾ ਦਿਓ। ਇੰਨਾ ਮੋਹ ਦੇ ਵਿੱਚ ਪੈ ਗਿਆ ਹੈ, ਪਰਲੋਕ ਦਾ ਰਸਤਾ ਭੁੱਲ ਹੀ ਗਿਆ ਹੈ। ਕਿਉਂ ਭੁੱਲਿਆ? ਕਿਉਂਕਿ ਪੁੱਤਰਾਂ ਦੇ ਮੋਹ ਨੇ ਭੁਲਾ ਦਿੱਤਾ ਹੈ ਪਰਮੇਸ਼ਰ ਦਾ ਨਾਮ। ਤੇ ਦੂਜਾ ਬਚਨ ਮਹਾਰਾਜ ਕਹਿਣ ਲੱਗੇ ਕਲੱਤਰ ਨਾਮ ਇਸਤਰੀ ਦਾ, ਘਰ ਵਾਲੀ ਦਾ ਜਾਂ ਘਰ ਵਾਲੇ ਦਾ। ਇੱਕ ਦੂਜੇ ਦੇ ਮੋਹ ਨੇ ਇਹ ਵੀ ਭੁਲਾ ਦਿੱਤਾ ਹੈ, ਇਹ ਵੀ ਭੁੱਲ ਗਿਆ। ਇੱਕ ਦੂਜੇ ਦੇ ਮੋਹ ਵਿੱਚ ਪੈਣ ਕਰਕੇ ਰੱਬ ਨੂੰ ਭੁੱਲੇ ਬੈਠੇ। ਪੁੱਤਰ ਕਲੱਤਰ ਗ੍ਰਹਿ ਦੇਖ ਸਮਗਰੀ। ਕੋਈ ਘਰ ਦੀ ਸਮੱਗਰੀ ਵੱਲ ਵੇਖ ਕੇ, ਘਰ ਦੀਆਂ ਵਸਤੂਆਂ ਵੱਲ ਵੇਖ ਕੇ ਭੁੱਲ ਗਿਆ ਹੈ ਮੇਰਾ ਘਰ ਬੜਾ ਸੋਹਣਾ ਹੈ, ਮੇਰੇ ਘਰ ਦਾ ਪਲੰਘ ਬੜਾ ਸੋਹਣਾ ਹੈ, ਅਲਮਾਰੀ ਬੜੀ ਸੋਹਣੀ ਹੈ, ਮੈਂ ਘਰ ਵਿੱਚ ਕੁੱਤਾ ਬੜਾ ਸੋਹਣਾ ਰੱਖਿਆ ਹੈ, ਮੇਰੇ ਘਰ ਵਿੱਚ ਗੱਡੀ ਬੜੀ ਮਹਿੰਗੀ। ਇਹ ਸਮੱਗਰੀ ਹੈ ਨਾ, ਘਰ ਦੀਆਂ ਜਿੰਨੀਆਂ ਵਸਤੂਆਂ, ਇਹਨਾਂ ਨੇ ਵੀ ਰੱਬ ਦਾ ਨਾਮ ਭੁਲਾ ਹੀ ਦਿੱਤਾ। ਇੱਕ ਨਿਮਖ ਨਹੀਂ ਮਨ ਲਾਇਓ। ਇੱਕ ਨਿਮਖ ਵੀ ਕਦੇ ਚੇਤੇ ਨਹੀਂ ਕੀਤਾ। ਜਦੋਂ ਚੇਤੇ ਕਰਦਾ ਘਰ ਦੀਆਂ ਵਸਤੂਆਂ ਚੇਤੇ ਕਰਦਾ, ਜਦੋਂ ਚੇਤੇ ਕਰਦਾ ਹੈ
ਉਦੋਂ ਘਰ ਨੂੰ ਚੇਤੇ ਕਰਦਾ ਹੈ, ਪਦਾਰਥਾਂ ਨੂੰ ਚੇਤੇ ਕਰਦਾ ਹੈ। ਇਸ ਹੀ ਮੈਂ ਉਰਝਾਇਓ, ਬਸ ਇਹਨਾਂ ਵਿੱਚ ਹੀ ਫਸ ਗਿਆ ਹੈ, ਕਦੇ ਨਿਕਲਿਆ ਹੀ ਨਹੀਂ, ਕਦੇ ਯਤਨ ਹੀ ਨਹੀਂ ਕੀਤਾ ਵੀ ਝਿੜਕਾਂ ਵੀ ਖਾਂਦਾ ਹੈ, ਪਰਮਾਤਮਾ ਨੂੰ ਭੁਲਾਈ ਬੈਠਾ ਹੈ। ਜਿਤ ਕੋ ਲਾਇਓ ਤਿਤ ਹੀ ਲਾਗਾ, ਜਿੱਧਰ ਨੂੰ ਲਾਇਆ ਕਿਵੇਂ ਆ? ਕਰਮਾਂ ਨੇ। ਸਾਨੂੰ ਜਿਸ ਪਾਸੇ ਅਸੀਂ ਲੱਗੇ ਆ, ਸਾਨੂੰ ਇਸ ਪਾਸੇ ਸਾਡੇ ਕਰਮਾਂ ਨੇ ਲਾਇਆ ਹੈ। ਇਹੋ ਜਿਹਾ ਕਰਮ ਕਰਕੇ ਆਏ, ਕਰਮਾਂ ਦੇ ਮੁਤਾਬਕ ਪਰਮੇਸ਼ਰ ਨੇ ਸਾਨੂੰ ਲਾਇਆ ਹੈ। ਤੈਸੇ ਕਰਮ ਕਮਾਇਓ, ਤੇ ਫਿਰ ਕਰਮਾਂ ਦੇ ਮੁਤਾਬਕ ਫਿਰ ਬੰਦਾ ਉਹੋ ਜਿਹੇ ਅੱਗੇ ਵੀ ਕਰਮ ਕਰਦਾ ਹੈ। ਕਰਮ ਹੀ ਇੱਕ ਦੂਜੇ ਨੂੰ ਫੜ ਕੇ ਬੈਠੇ ਹੋਏ, ਉਸੇ ਤਰ੍ਹਾਂ ਦੇ ਫਿਰ ਇਹ ਕਰਮ ਕਰਦਾ ਹੈ। ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ, ਜਿਸ ਵੇਲੇ ਪਰਮੇਸ਼ਰ ਕਿਰਪਾਲੂ ਹੁੰਦਾ ਹੈ, ਫਿਰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਨ ਨਾਨਕ ਬ੍ਰਹਮ ਧਿਆਇਓ, ਉਹਨਾਂ ਫਿਰ ਗੁਰਮੁਖਾਂ ਨੇ ਬ੍ਰਹਮ ਨੂੰ ਧਿਆਉਣਾ ਕੀਤਾ। ਇਸ ਸੰਗਤ ਵਿੱਚ ਆਏ ਆ, ਇੱਥੇ ਪਰਮਾਤਮਾ ਸਾਡੇ ਤੇ ਅਤਿਅੰਤ ਕਿਰਪਾਲੂ ਹੋ ਰਿਹਾ, ਬਖਸ਼ਿਸ਼ ਕਰ ਰਿਹਾ। ਤੇ ਫਿਰ ਉਹ ਜਿਹੜੇ ਗੁਰਮੁਖ ਨੇ ਉਸ ਪਰਮਾਤਮਾ ਨੂੰ ਸੰਗਤ ਵਿੱਚ ਆ ਕੇ ਧਿਆਉਂਦੇ ਹਨ। ਮਾਰੂ ਮਹੱਲਾ ਪੰਜਵਾ, ਕਰ ਅਨੁਗ੍ਰਹਿ ਰਾਖ ਲੀਨੋ, ਭਇਓ ਸਾਧੂ ਸੰਗ। ਉਹ ਪਰਮਾਤਮਾ ਅਨੁਗ੍ਰਹ ਕਹੀਏ ਜਦੋਂ ਕਿਰਪਾ ਕਰਦਾ ਹੈ, ਫਿਰ ਸਾਧੂਆਂ ਦਾ ਸੰਗ ਦਿੰਦਾ ਹੈ। ਜਿਨ੍ਹਾਂ ਨੂੰ ਸਾਧੂਆਂ ਦਾ ਸੰਗ ਦਿੰਦਾ ਹੈ, ਉਹਨਾਂ ਨੂੰ ਫਿਰ ਰੱਖ ਲੈਂਦਾ ਹੱਥ ਦੇ ਕੇ। ਗੁਰਮੁਖੋ ਦਾਰਾ ਸ਼ਿਕੋ ਹੋਇਆ ਨਾ, ਸ਼ਾਹਜਹਾਨ ਦਾ ਪੁੱਤਰ, ਔਰੰਗਜ਼ੇਬ ਦਾ ਭਰਾ। ਸ਼ਾਹਜਹਾਨ ਦੇ 4 ਪੁੱਤਰ ਸਨ, 4 ਨੂੰ ਰਾਜ ਵੰਡ ਦਿੱਤਾ। ਕਿਸੇ ਨੂੰ ਬੰਗਾਲ ਦਾ ਗਵਰਨਰ ਲਾ ਦਿੱਤਾ, ਕਿਸੇ ਨੂੰ ਅਸਾਮ ਦਾ ਲਾ ਦਿੱਤਾ। ਸਾਰਿਆਂ ਨੂੰ ਵੰਡ ਵਡਈਆ ਕਰਕੇ ਤੇ ਦਾਰਾ ਸ਼ਿਕੋ ਨੂੰ ਆਪਣੇ ਕੋਲ ਰੱਖ ਲਿਆ, ਕਿਉਂਕਿ ਇਹ ਧਰਮਾਤਮਾ ਸੀਗਾ, ਸਾਧੂ ਸੰਗਤ ਕਰਨ ਵਾਲਾ, ਫਕੀਰਾਂ ਦੀ ਸੰਗਤ ਕਰਨ ਵਾਲਾ, ਨਾਮ ਜਪਣ ਵਾਲਾ। ਔਰੰਗਜ਼ੇਬ ਨੇ ਬੜਾ ਭਾਰੀ ਦਾ ਖੇਡਿਆ, ਆਪਣੇ ਭਰਾਵਾਂ ਨੂੰ ਸ਼ਰਾਬ ਪਿਲਾ ਕੇ ਤੇ ਮਰਵਾ ਦਿੱਤਾ। ਤੇ ਹੌਲੀ ਹੌਲੀ ਫੌਜ ਲੈ ਕੇ ਤੇ ਦਿੱਲੀ ਤੇ ਹਮਲਾ ਕੀਤਾ, ਤੇ ਦਿੱਲੀ ਦਾ ਰਾਜ ਖੋਹ ਕੇ ਦਾਰਾ ਸ਼ਿਕੋ ਨੂੰ ਰਾਜ ਭਾਗ ਵਿੱਚੋਂ ਕੱਢ ਦਿੱਤਾ। ਦਾਰਾ ਸ਼ਿਕੋ ਦਾ ਰਾਜ ਭਾਗ ਚਲੇ ਗਿਆ। ਕਿਤੇ ਕੋਈ ਪ੍ਰਸ਼ਾਦਾ ਭੋਜਨ ਬਣਾਉਣ ਵਾਸਤੇ ਚੁੱਲ੍ਹੇ ਵਿੱਚ ਅੱਗ ਬਾਲ ਕੇ ਜਦੋਂ ਫੂਕ ਮਾਰਨ ਲੱਗਾ ਨਾ, ਦਾਰਾ ਸ਼ਿਕੋ ਆਪ ਫੂਕ ਮਾਰੀ ਹੈ, ਉਹ ਸਵਾਹ ਉੱਡ ਕੇ ਤੇ ਸਾਰੇ ਮੂੰਹ ਤੇ ਪੈ ਗਏ। ਤੇ ਕੋਲ ਹੀ ਨੌਕਰ ਖਲੋਤਾ ਸੀ, ਕਹਿਣ ਲੱਗਾ, ਲਓ ਤੁਸੀਂ ਤੇ ਰਾਜ ਵੀ ਗਵਾ ਲਿਆ, ਤੁਹਾਨੂੰ ਤੇ ਅੱਗ ਬਾਲਣੀ ਵੀ ਨਹੀਂ ਆਈ ਹੈ। ਰਾਜ ਵੀ ਗਵਾ ਲਿਆ ਹੈ, ਇਸ ਵੇਲੇ ਰਾਜ ਭਾਗ ਵੀ ਕੋਈ ਨਹੀਂ, ਭਰਾ ਨੇ ਖੋਲਿਆ ਹੈ, ਅੱਗ ਬਾਲਣੀ ਨਹੀਂ ਆਈ। ਵੇਖੋ ਸਵਾਹ ਨਾਲ ਮੂੰਹ ਭਰ ਲਿਆ ਹੈ। ਧੂਣਾ ਤੌਣ ਲੱਗਾ ਨਾ, ਜਿੱਥੇ ਫਕੀਰ ਵਗੈਰਾ ਬੈਠ ਕੇ ਧੂਣਾ ਤੌਂਦੇ ਸਨ, ਧੂਣਾ ਬਾਲਣ ਲੱਗਿਆ ਸੀ ਵੀ ਚਲੋ ਇੱਥੇ ਬੈਠ ਕੇ ਕੁਝ ਰੱਬ ਦੀ ਇਬਾਦਤ ਕਰੀਏ। ਜਦੋਂ ਨੌਕਰ ਨੇ ਇਹ ਗੱਲ ਕਹੀ ਹੈ ਨਾ ਵੀ ਸਾਧੂਆਂ ਦੀ ਸੰਗਤ ਵਿੱਚ ਬੈਠਾ ਰਿਹਾ, ਹਿੰਦੁਸਤਾਨ ਦਾ ਰਾਜ ਚਲਾ ਗਿਆ, ਅੱਗ ਵੀ ਬਾਲਣੀ ਨਹੀਂ ਆਈ, ਗਲ ਵਿੱਚ, ਮੂੰਹ ਵਿੱਚ, ਸਿਰ ਵਿੱਚ ਸੁਆਹ ਪਵਾ ਲਈ ਹੈ। ਤੇ ਦਾਰਾ ਸ਼ਿਕੋ ਨੇ ਆਖਿਆ, ਕਹਿਣ ਲੱਗਾ, ਨੌਕਰ, ਦੁਨੀਆ ਦੇ ਵਿੱਚ ਕਿਸੇ ਦੇ 5 ਪੈਸੇ ਵੀ ਖੋ ਜਾਣ ਤੇ ਉਹ ਬੰਦਾ ਵਾਰ-ਵਾਰ ਲੱਭਦਾ ਹੈ ਵੀ ਇੱਥੇ 5 ਪੈਸੇ ਡਿੱਗੇ ਨੇ। ਤੇ ਜੇ ਥੋੜ੍ਹੀ ਜਿਹੀ ਕਿਤੇ ਕੀਮਤੀ ਚੀਜ਼ ਡਿੱਗ ਪਵੇ ਤੇ ਵਿਅਕਤੀ ਸੋਚ ਕੇ ਪਾਗਲ ਹੋ ਜਾਂਦਾ ਹੈ। ਮੈਂ ਹਿੰਦੁਸਤਾਨ ਦਾ ਰਾਜ ਗਵਾ ਬੈਠਾ ਹਾਂ, ਪਰ ਮੈਨੂੰ ਰੱਤਾ ਜਿੰਨਾ ਵੀ ਅਫਸੋਸ ਨਹੀਂ ਹੈ ਵੀ ਮੈਂ ਰਾਜ ਗਵਾ ਲਿਆ ਹੈ। ਉਹਦਾ ਕਾਰਨ ਇਹ ਹੈ ਵੀ ਇਹ ਸਾਧੂਆਂ ਦੀ ਸੰਗਤ ਦਾ ਮੇਰੇ ਤੇ ਅਸਰ ਹੈ। ਤੂੰ ਇਹ ਤੇ ਗੱਲ ਕਹਿ ਦਿੱਤੀ ਹੈ ਵੀ ਮੈਂ ਰਾਜ ਭਾਗ ਗਵਾ ਬੈਠਾ। ਦੁਨੀਆ ਦੇ ਵਿੱਚ ਛੋਟੀ ਜਿਹੀ ਵਸਤੂ ਕੋਈ ਗਵਾਵੇ, ਉਹਨੂੰ ਫਿਕਰ ਪੈ ਜਾਂਦਾ ਮੇਰੀ ਚਲੇ ਗਈ ਹੈ, ਉਹਨੂੰ ਥਿਆਉਣ ਦਾ, ਲਿਆਉਣ ਦਾ ਯਤਨ ਕਰਦਾ ਹੈ। ਮੈਂ ਹਿੰਦੁਸਤਾਨ ਦਾ ਰਾਜ ਭਾਵੇਂ ਗਵਾ ਦਿੱਤਾ ਹੈ, ਪਰ ਮੈਨੂੰ ਚਿੰਤਾ ਫਿਰ ਵੀ ਨਹੀਂ ਹੈ। ਜਾਂਦਾ ਤੇ ਜਾਵੇ, ਪਰ ਚਿੰਤਾ ਤਾਂ ਨਹੀਂ ਹੈ
ਕਿਉਂਕਿ ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਮੈਂ ਸਾਧੂਆਂ ਦੀ, ਫਕੀਰਾਂ ਦੀ, ਨਾਮ ਜਪਣ ਵਾਲਿਆਂ ਦੀ ਸੰਗਤ ਕੀਤੀ ਹੈ, ਉਹਨਾਂ ਦੀ ਸੰਗਤ ਦਾ ਮੇਰੇ 'ਤੇ ਇਹ ਅਸਰ ਹੈ। ਰਾਜ ਵੀ ਜਾਂਦਾ ਰਿਹਾ ਪਰ ਫਿਕਰ ਕੋਈ ਨਹੀਂ ਹੈ। ਹੁਣ ਤੂੰ ਮੇਰੇ ਕੋਲੋਂ ਚਲਾ ਜਾ। ਆਪਣੇ ਕੋਲ ਜਿੰਨੇ ਕੁ ਹੀਰੇ ਸਨ, ਜਿੰਨੇ ਕੁ ਲਾਲ ਦਾਰਾ ਸ਼ਕੋਹ ਨੇ ਦਿੱਤੇ ਆਪਣੇ ਨੌਕਰ ਨੂੰ, ਕਹਿਣ ਲੱਗਾ ਮੇਰਾ ਘੋੜਾ ਵੀ ਲੈ ਜਾ, ਤੂੰ ਵੀ ਚਲੇ ਜਾ। ਤੇਰੇ ਵੀ ਨਾਲ ਰਹਿਣ ਦਾ ਜਾਂ ਨਾ ਜਾਣ ਦਾ ਮੈਨੂੰ ਕੋਈ ਅਫਸੋਸ ਨਹੀਂ ਹੈ। ਆਪਣੇ ਨੌਕਰ ਨੂੰ ਹੀਰੇ ਤੇ ਆਪਣਾ ਘੋੜਾ ਦੇ ਕੇ ਵਿਦਾਇਗੀ ਦੇ ਦਿੱਤੀ, ਇਕੱਲਾ ਹੀ ਬੈਠ ਗਿਆ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਕਰ ਅਨੁਗ੍ਰਹ ਰਾਖ ਲੀਨੋ ਭਇਓ ਸਾਧੂ ਸੰਗ। ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਉੱਪਰ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਹੈ। ਜਿਨ੍ਹਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹ ਗੁਰਮੁਖ ਸੰਗਤ ਵਿੱਚ ਆ ਕੇ ਬੈਠਦੇ। ਆਪ ਸੰਗਤ ਵਿੱਚ ਆ ਕੇ ਬੈਠੇ ਹੋ, ਇਹ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੈ, ਇਹ ਉਹਦੀ ਬਖਸ਼ਿਸ਼ ਹੈ, ਇਹ ਉਹਨੇ ਮਿਹਰ ਕੀਤੀ ਹੈ, ਤਾਂ ਆਪਾਂ ਗੁਰੂ ਦੀ ਸੱਚੀ ਸੰਗਤ ਵਿੱਚ ਬੈਠੇ ਹਾਂ। ਹਰ ਨਾਮ ਰਸ ਰਸਨਾ ਉਚਾਰੈ। ਉਹਨਾਂ ਗੁਰਮੁਖਾਂ ਦੀ ਰਸਨਾ ਜਿਹੜੀ ਜ਼ੁਬਾਨ ਹੈ ਨਾ, ਫਿਰ ਰਸ ਲੈ ਲੈ ਕੇ, ਸਵਾਦ ਲੈ ਲੈ ਕੇ ਨਾਮ ਨੂੰ ਜਪਦੀ ਹੈ। ਹਰ ਰਸ ਪੀਵੋ ਭਾਈ, RAM ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਉਹਨਾਂ ਗੁਰਮੁਖਾਂ ਨੇ ਨਾਮ ਨੂੰ ਇੰਨਾ ਸਵਾਦ ਲੈ ਲੈ ਕੇ ਜਪਿਆ ਨਾ, ਜਿਵੇਂ ਕੋਈ ਬਹੁਤੀ ਸਵਾਦ ਵਾਲੀ ਚੀਜ਼ ਹੋਵੇ ਤੇ ਆਪਾਂ ਨਿੱਕੀਆਂ ਨਿੱਕੀਆਂ ਘੁੱਟਾਂ ਭਰ ਕੇ ਵਾਰ-ਵਾਰ ਉਹਦਾ ਸਵਾਦ ਲੈਂਦੇ, ਵਾਰ-ਵਾਰ ਸਵਾਦ ਲੈਂਦੇ। ਨਾਮ ਜਪਣ ਵਾਲਿਆਂ ਨੂੰ ਨਾਮ ਦਾ ਸਵਾਦ ਆਇਆ ਹੈ, ਉਹ ਨਾਮ ਦੇ ਸਵਾਦ ਨੂੰ ਵਾਰ-ਵਾਰ ਲੈਂਦੇ। ਮਹਾਰਾਜ ਕਹਿਣ ਲੱਗੇ ਭਾਈ ਉਹਨਾਂ ਦੀ ਰਸਨਾ ਪਰਮਾਤਮਾ ਦੇ ਨਾਮ ਨੂੰ ਰਸ ਲੈ ਲੈ ਕੇ ਉਚਾਰਦੀ ਹੈ। ਮਿਸ਼ਟ ਗੂੜਾ ਰੰਗ। ਤੇ ਗੁਰਮੁਖੋ ਇਹੋ ਹੀ ਮਿਸ਼ਟ ਗੂੜਾ, ਮਿਸ਼ਟ ਮਿੱਠਾ ਤੇ ਗੂੜਾ ਕਹੀਏ, ਸੰਘਣਾ ਆਨੰਦ ਹੈ ਪਰਮਾਤਮਾ ਦੀ ਪ੍ਰਾਪਤੀ ਦਾ। ਮਿਸ਼ਟ ਗੂੜਾ ਰੰਗ ਹੈ ਜਿਹੜਾ ਗਿਆਨ ਤੇ ਭਗਤੀ ਰੰਗ ਚੜ ਗਿਆ ਹੈ। ਗਿਆਨ ਵੀ ਹੋ ਗਿਆ, ਭਗਤੀ ਵੀ ਹੋ ਗਈ ਹੈ, ਭਗਤੀ ਹੁੰਦੀ ਪਈ ਹੈ, ਗਿਆਨ ਪ੍ਰਾਪਤ ਹੋ ਗਿਆ। ਇਹ ਗਿਆਨ ਤੇ ਭਗਤੀ ਰੂਪੀ ਗੂੜਾ ਰੰਗ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ। ਮੇਰੇ ਮਾਨ ਕੋ ਅਸਥਾਨ। ਇਸ ਕਰਕੇ ਪਰਮਾਤਮਾ ਦਾ ਸਤ ਸੰਗਤ ਜਿਹੜਾ ਸਥਾਨ ਹੈ ਉਹ ਮੈਨੂੰ ਮਾਣ ਦੇਣ ਵਾਲਾ ਹੈ। ਗੁਰਮੁਖੋ ਜਿੱਥੇ ਬੈਠੇ ਆ ਇੱਥੇ ਮਾਣ ਮਿਲਦਾ, ਇੱਥੇ ਵਡਿਆਈ ਮਿਲਦੀ, ਸਤਿਕਾਰ ਮਿਲਦਾ। ਦੁਨਿਆਵੀ ਤੌਰ ਤੇ ਵੀ ਮਿਲਦਾ ਸੀ। ਕਿਸੇ ਨੂੰ ਕੋਈ ਸਾਡੇ ਬਾਰੇ ਗੱਲ ਕਰੇ ਨਾ ਵੀ ਫਲਾਣਾ ਵਿਅਕਤੀ ਰੋਜ਼ ਗੁਰੂ ਘਰੇ ਜਾ ਕੇ ਕੀਰਤਨ ਕਥਾ ਸੁਣਦਾ, ਨਿਤਨੇਮ ਸੁਣਦਾ, ਮਾਣ ਮਿਲਦਾ। ਦੁਨੀਆ ਆਖਦੀ ਬੜੀ ਚੰਗੀ ਗੱਲ ਹੈ, ਭਾਗਾਂ ਵਾਲਾ ਹੈ, ਦੁਨੀਆ ਵਿੱਚੋਂ ਵੀ ਮਾਣ ਮਿਲਿਆ। ਤੇ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਚੱਲਾਂਗੇ ਉੱਥੇ ਵੀ ਮਾਣ ਮਿਲਣਾ, ਉੱਥੇ ਵੀ ਇੱਜ਼ਤ ਮਿਲਣੀ ਹੈ। ਸਤਸੰਗੀ ਪੁਰਸ਼ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਨਗਰ ਵਿੱਚ ਚਰਨ ਪਾਉਂਦੇ ਉੱਥੇ ਇਹ ਗੱਲ ਕਿਹਾ ਕਰਦੇ ਵੀ ਧਰਮਸਾਲ ਬਣਾਓ, ਇੱਥੇ ਬੈਠ ਕੇ ਕੀਰਤਨ ਕਰਿਆ ਕਰੋ, ਇੱਥੇ ਬੈਠ ਕੇ ਰੱਬ ਦੀ ਇਬਾਦਤ ਕਰਿਆ ਕਰੋ, ਇੱਥੇ ਬੈਠ ਕੇ ਉਹਦੀ ਸਿਫਤ ਕਰਿਆ ਕਰੋ। ਤੇ ਗੁਰਮੁਖੋ ਵੱਡੇ ਭਾਗ ਉਹ ਧਰਮਸਾਲ ਨੂੰ ਅੱਜ ਆਪਾਂ ਗੁਰੂ ਘਰ ਬਣਾ ਕੇ ਗੁਰੂ ਸੰਗਤ ਵਿੱਚ ਬੈਠੇ ਗੁਰੂ ਦਾ ਬਚਨ ਸਰਵਣ ਕਰਦੇ ਪਏ। ਮਹਾਰਾਜ ਕਹਿਣ ਲੱਗੇ ਭਾਈ ਇਹ ਸਤ ਸੰਗਤ ਇਹੋ ਜਿਹੀ ਹੈ, ਇੱਥੇ ਮਾਣ ਮਿਲਦਾ ਹੈ, ਵਡਿਆਈ ਮਿਲਦੀ ਹੈ। ਇਹ ਹੈ ਸਤ ਸੰਗਤ ਦਾ ਸਥਾਨ। ਫਿਰ ਫਰਮਾਉਂਦੇ ਹਨ ਮੇਰੇ ਮਾਨ ਕੋ ਅਸਥਾਨ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਮੇਰੇ ਕਰਕੇ ਉਹ ਸਤ ਸੰਗਤ ਸਥਾਨ ਮਾਨ ਮੰਨਣ ਯੋਗ ਹੈ। ਮੇਰੇ ਕਰਕੇ ਮੈਂ ਇਹ ਗੱਲ ਮੰਨਦਾ ਹਾਂ ਵੀ ਸਤ ਸੰਗਤ ਜਿਹੜੀ ਆ ਮੰਨਣ ਯੋਗ ਹੈ। ਜਿਹੜਾ ਬਚਨ ਸੰਗਤ ਵਿੱਚ ਸੁਣੀਏ ਉਸ ਬਚਨ ਨੂੰ ਮੈਂ ਮੰਨਣ ਕਰਾਂ, ਮੈਂ ਉਹਦੀ ਕਮਾਈ ਕਰਾਂ, ਇਹ ਮੇਰੇ ਮਨ ਦੀ ਵਿਚਾਰ ਹੈ, ਇਹ ਮੇਰਾ ਯਤਨ ਹੈ ਵੀ ਸੰਗਤ ਵਿੱਚ ਬਚਨ ਸੁਣਿਆ ਤੇ ਉਸ ਬਚਨ ਦਾ ਮੰਨਣ ਕਰਨਾ ਹੈ, ਉਸ ਬਚਨ ਦੀ ਕਮਾਈ ਕਰਨੀ ਹੈ। ਮੀਤ ਸਾਜਨ ਸਖਾ ਬੰਦਪ ਅੰਤਰ ਜਾਮੀ ਜਾਨ। ਉਹ ਪਰਮਾਤਮਾ ਅੰਤਰਜਾਮੀ ਹੈ। ਐਸ ਲੋਕ ਦਾ ਉਹ ਪਰਮਾਤਮਾ ਮਿੱਤਰ ਹੈ, ਪਰਲੋਕ ਦਾ ਸਜਨ ਹੈ। ਤੇ ਸਾਡੇ ਜਿਹੜੇ ਪ੍ਰਾਣ ਨੇ ਪ੍ਰਾਣਾਂ ਦਾ ਸਖਾ ਹੈ। ਐਸਾ ਉਹ ਬੰਦਪ ਹੈ ਜਿਹੜਾ ਕਿਸੇ ਵੀ ਸਮੇਂ ਸਾਨੂੰ ਛੱਡ ਕੇ ਜਾਂਦਾ ਨਹੀਂ ਹੈ। ਰਹਾਉ ਸੰਸਾਰ ਸਾਗਰ ਜਿਨ ਉਪਾਇਓ। ਉਸ ਪਰਮਾਤਮਾ ਨੇ ਸੰਸਾਰ ਸਾਗਰ ਪੈਦਾ ਕੀਤਾ ਜਿਹਦੇ ਵਿੱਚ ਆਪਾਂ ਆਏ ਹਾਂ। ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਦੈ ਲਾਇਆ। ਇਹ ਸੰਸਾਰ ਪਰਮਾਤਮਾ ਨੇ ਪੈਦਾ ਕੀਤਾ, ਉਹਦੇ ਬਿਨਾਂ ਕੋਈ ਕਰ ਨਹੀਂ ਸਕਦਾ ਹੈ।
ਸੰਸਾਰ ਸਾਗਰ ਜਿਨ ਉਪਾਇਓ, ਜਿਸ ਪਰਮੇਸ਼ਰ ਨੇ ਇਸ ਸੰਸਾਰ ਸਾਗਰ ਨੂੰ ਪੈਦਾ ਕੀਤਾ ਹੈ। ਸਰਣ ਪ੍ਰਭ ਕੀ ਗਹੀ, ਮੈਂ ਉਸ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ ਹੈ ਜਿਹੜਾ ਦੁਨੀਆ ਪੈਦਾ ਕਰਨ ਵਾਲਾ ਹੈ। ਗੁਰ ਪ੍ਰਸਾਦੀ ਪ੍ਰਭ ਅਰਾਧੇ, ਗੁਰੂ ਕਿਰਪਾ ਨਾਲ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਅਰਾਧਿਆ ਹੈ, ਚਿਤੇ ਕੀਤਾ ਹੈ। ਜਮ ਕੰਕਰ ਕਿਛ ਨਾ ਕਹੀ, ਗੁਰਮੁਖੋ ਜਮ ਵੀ ਉਹਨੂੰ ਕੁਝ ਨਹੀਂ ਕਹਿੰਦੇ। ਪ੍ਰਮਾਤਮਾ ਦਾ ਨਾਮ ਕਿਉਂ ਜਪੀਏ? ਸਾਡਾ ਵੀ ਇਹ ਸਵਾਲ ਹੈ ਵੀ ਨਾਮ ਜਪਣ ਵਾਸਤੇ ਕਹਿੰਦੇ ਹੋ, ਜਪੀਏ ਕਿਉਂ? ਨਾਮ ਜਪੀਏ ਭਾਈ, ਕਾਹਤੋਂ ਜਪੀਏ, ਕੀ ਗੱਲ ਹੈ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਨਾਮ ਜਪੇਗਾ ਤੈਨੂੰ ਜਮ ਕੁਝ ਕਹਿ ਹੀ ਨਹੀਂ ਸਕੇਗਾ, ਤੇਰੇ ਨੇੜੇ ਨਹੀਂ ਆਵੇਗਾ। ਨਾਮ ਸੁਣਤ ਜਮ ਦੂਰਹਿ ਭਾਗੈ, ਮਤ ਮਾਰੇ ਹਰਿ ਜਿਉ ਬੇਪਰਵਾਹ ਹੈ। ਕਿਤੇ ਪਰਮਾਤਮਾ ਸਾਨੂੰ ਸਜ਼ਾ ਹੀ ਨਾ ਦੇ ਦੇਵੇ। ਜਮ ਇਸ ਤਰ੍ਹਾਂ ਨਾਮ ਜਪਣ ਵਾਲਿਆਂ ਕੋਲੋਂ ਦੂਰ ਹੀ ਭੱਜ ਜਾਂਦਾ, ਨੇੜੇ ਖੜਦਾ ਹੀ ਨਹੀਂ। ਪਾਤਸ਼ਾਹ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਗੁਰੂ ਕਿਰਪਾ ਨਾਲ ਉਹਦੇ ਨਾਮ ਨੂੰ ਜਪਿਆ ਹੈ, ਉਹਨਾਂ ਨੂੰ ਜਮ ਕੰਕਰ, ਇਹ ਜਿਹੜੇ ਜਮ ਦੇ ਦਾਸ ਨੇ ਨਾ, ਦੂਰ ਤੋਂ ਕੁਝ ਨਹੀਂ ਕਹਿੰਦੇ, ਦੂਰ ਹੋ ਜਾਂਦੇ ਹਨ। ਮੋਖ ਮੁਕਤ ਦੁਆਰ ਜਾ ਕੈ, ਉਸ ਪਰਮਾਤਮਾ ਦੇ ਦਰਵਾਜ਼ੇ ਤੇ ਮੁਕਤੀਆਂ ਖਲੋਤੀਆਂ ਨੇ। ਗੁਰਮੁਖੋ 4 ਤਰ੍ਹਾਂ ਦੀਆਂ ਮੁਕਤੀਆਂ ਨੇ, ਸਮੀਪ ਹੈ, ਸਰੂਪ ਹੈ, ਸਲੋਕ ਹੈ ਤੇ ਸਜੁਜ ਹੈ। ਇਹ 4 ਮੁਕਤੀਆਂ, ਤੇ 5ਵੀਂ ਹੈ ਕੇਵਲ ਮੋਕਸ਼। ਗੁਰੂ ਕੇ ਸਿੱਖ ਨੇ ਕੇਵਲ ਮੋਕਸ਼ ਪ੍ਰਾਪਤ ਕਰਨੀ ਹੈ। ਬਾਕੀ ਦੀਆਂ 4 ਮੁਕਤੀਆਂ ਜਿਹੜੀਆਂ ਉਹ ਥੱਲੇ ਰਹਿ ਜਾਂਦੀਆਂ। ਜਿਵੇਂ ਸ਼ਲੋਕ ਮੁਕਤੀ ਤੋਂ ਭਾਵ ਇਹ ਹੈ ਵੀ ਜਿਸ ਦੇਵਤੇ ਦੀ ਅਰਾਧਨਾ ਕੀਤੀ ਹੈ ਨਾ, ਉਹਦਾ ਲੋਕ ਮਿਲ ਜਾਣਾ ਜਿੱਥੇ ਉਹ ਰਹਿੰਦਾ ਹੈ ਨਾ। ਜਿਵੇਂ ਮੰਨ ਲਓ ਵੀ ਇੰਦਰ ਦੀ ਅਰਾਧਨਾ ਕੀਤੀ ਹੈ ਤੇ ਸਵਰਗ ਮਿਲ ਜਾਣਾ, ਬ੍ਰਹਮਾ ਦੀ ਅਰਾਧਨਾ ਕੀਤੀ ਹੈ ਤੇ ਬ੍ਰਹਮ ਲੋਕ ਮਿਲ ਜਾਣਾ, ਸ਼ਿਵ ਜੀ ਦੀ ਅਰਾਧਨਾ ਕੀਤੀ ਹੈ ਤੇ ਕੈਲਾਸ਼ ਦੀ ਪ੍ਰਾਪਤੀ ਹੋ ਜਾਣੀ। ਉਹ ਲੋਕ ਮਿਲ ਜਾਣਾ ਜਿੱਥੇ ਉਹ ਦੇਵਤਾ ਰਹਿੰਦਾ ਹੈ, ਉਹਨੂੰ ਕਹਿੰਦੇ ਸ਼ਲੋਕ ਮੁਕਤੀ। ਉਹ ਲੋਕ ਮਿਲ ਜਾਣਾ ਜਿਸ ਦੇਵਤੇ ਨੂੰ ਅਰਾਧਿਆ ਹੈ। ਸਮੀਪ ਮੁਕਤੀ ਜਿਹੜੀ ਹੈ, ਉਹਦਾ ਭਾਵ ਇਹ ਹੁੰਦਾ ਵੀ ਜਿਸ ਦੇਵਤੇ ਨੂੰ ਅਰਾਧਿਆ ਹੈ ਉਹਦੇ ਕੋਲ ਰਹਿਣ ਲੱਗ ਪੈਣਾ, ਹਰ ਵੇਲੇ ਉਹਦੇ ਨਾਲ ਹੀ ਰਹਿਣਾ। ਸਮੀਪ ਤੋਂ ਭਾਵ ਹੈ ਕੋਲ, ਵੀ ਕੋਲ ਹੀ ਰਹਿਣਾ, ਦੇਵਤੇ ਤੋਂ ਦੂਰ ਜਾਣਾ ਹੀ ਨਾ। ਇਹ ਦੂਜੇ ਨੰਬਰ ਦੀ ਮੁਕਤੀ ਹੈ, ਦੇਵਤੇ ਦਾ ਹਰ ਵੇਲੇ ਸੰਗ ਮਿਲਿਆ ਰਹਿਣਾ। ਤੇ ਤੀਜੀ ਮੁਕਤੀ ਨੂੰ ਆਖਿਆ ਹੈ ਸਰੂਪ ਮੁਕਤੀ। ਸਰੂਪ ਤੋਂ ਭਾਵ ਹੈ ਉਹਦੇ ਵਰਗਾ ਹੀ ਬਣ ਜਾਣਾ। ਜਿਵੇਂ ਦੁਰਗਾ ਦੀਆਂ ਕਈ ਬਾਹਾਂ ਨੇ, ਜਿਵੇਂ ਵਿਸ਼ਨੂੰ ਭਗਵਾਨ ਦੀਆਂ ਕਈ ਬਾਹਾਂ ਨੇ, ਉਹਦੇ ਵਰਗਾ ਹੀ ਸਰੀਰ ਹੋ ਜਾਣਾ। ਉਹਦੇ ਵਾਂਗੂ ਕਈ ਬਾਹਾਂ ਬਣਾ ਸਕੇ, ਉਹਦੇ ਵਰਗਾ ਹੀ ਸਰੀਰ ਬਣਾ ਸਕੇ, ਉਹਦੇ ਵਰਗਾ ਹੀ ਆਪਣਾ ਅੰਗ ਪ੍ਰਤੰਗ, ਆਪਣੇ ਸਰੀਰ ਦੀ ਬਣਾਵਟ ਬਣਾ ਲਵੇ, ਉਸ ਨੂੰ ਕਿਹਾ ਜਾਂਦਾ ਹੈ ਸਰੂਪ ਮੁਕਤੀ। ਉਸ ਦੇਵਤੇ ਵਰਗਾ ਹੀ ਹੋ ਜਾਣਾ ਸਰੀਰ, ਉਹਦੇ ਵਰਗੀਆਂ ਲੱਤਾਂ ਬਾਹਾਂ ਸਰੀਰ ਦੇ ਚਿੰਨ੍ਹ ਹੋ ਜਾਣੇ। ਤੇ ਚੌਥੇ ਨੰਬਰ 'ਤੇ ਗੁਰਮੁਖੋ ਸਜੁਜ ਮੁਕਤੀ ਹੈ। ਸਜੁਜ ਮੁਕਤੀ ਕੀ ਹੈ? ਮੰਨ ਲਓ ਵੀ 2000 ਕੰਮ ਹੈ ਤੇ 2000 ਹੀ ਰੂਪ ਬਣਾ ਲੈਣੇ ਤੇ ਇਕੱਠੇ ਕੰਮ ਇੱਕੇ ਵਾਰੀ ਕਰ ਲੈਣੇ। ਇਹਨੂੰ ਸਜੁਜ ਮੁਕਤੀ ਕਿਹਾ ਹੈ। ਵੀ ਜਿੰਨੇ ਮਰਜ਼ੀ ਕੰਮ ਹੋਣ, ਉਨੇ ਹੀ ਸਰੀਰ ਬਣਾ ਕੇ ਉਨੇ ਕੰਮ ਮਿੰਟੋ ਮਿੰਟੀ ਕਰ ਲੈਣੇ। ਇੰਨੇ ਕੰਮ ਕਰਨ ਦੀ ਸਮਰੱਥਾ ਹੋਣੀ। ਇਹ ਤਾਂ ਕੇਵਲ ਗਿਣਤੀ ਆਪਾਂ ਸਮਝਣ ਵਾਸਤੇ, ਭਾਵੇਂ ਲੱਖਾਂ ਹੀ ਕੰਮ ਹੋਣ, ਲੱਖਾਂ ਹੀ ਸਰੀਰ ਬਣਾ ਲੈਣੇ ਤੇ ਉਹ ਸਾਰੇ ਕੰਮ ਕਰ ਲੈਣੇ। ਇਹਨੂੰ ਸਜੁਜ ਮੁਕਤੀ ਆਖਿਆ ਹੈ। ਪਰ ਗੁਰਮੁਖੋ ਜਿਵੇਂ 2 ਮਣ ਪਾਣੀ ਹੋਵੇ ਨਾ ਭਾਂਡੇ ਵਿੱਚ ਪਾਇਆ, ਤੇ 2 ਮਣ ਪਾਣੀ ਦੇ ਵਿੱਚ ਆਪਾਂ ਇੱਕ ਲੂਣ ਦੀ ਡਲੀ ਪਾ ਦਈਏ, ਉਹ ਪਾਣੀ ਦੇ ਸਵਾਦ ਨੂੰ ਦੱਸ ਦਿੰਦਾ। ਪਾਣੀ ਦਾ ਸਵਾਦ ਵੀ ਇਹਦੇ ਵਿੱਚ ਨਮਕ ਪਾਇਆ ਹੈ, ਭਾਵੇਂ ਨਿੱਕੀ ਡਲੀ ਪਾਈ ਹੈ, 2 ਮਣ ਪਾਣੀ ਦਾ ਸਵਾਦ ਉਹਨੇ ਬਦਲ ਦਿੱਤਾ ਹੈ। ਜਿਹੜੀ ਸਜੁਜ ਮੁਕਤੀ ਹੈ, ਉਹ ਭਾਵੇਂ ਵਿਅਕਤੀ ਇੱਕ ਰੂਪ ਤੋਂ ਕਈ ਰੂਪ ਬਣਾ ਸਕਦਾ ਹੈ, ਪਰ ਉਹਦਾ ਫਰਕ ਇਹ ਰਹਿ ਜਾਂਦਾ ਹੈ ਕਿ ਜਿਵੇਂ ਪਰਮੇਸ਼ਰ ਜਨਮ ਦਿੰਦਾ ਹੈ, ਪਰਮੇਸ਼ਰ ਹੀ ਸਾਰਿਆਂ ਨੂੰ ਪਾਲਦਾ ਹੈ, ਪਰਮੇਸ਼ਰ ਹੀ ਸਾਰਿਆਂ ਨੂੰ ਮੌਤ ਵੰਡਦਾ ਹੈ। ਸਜੁਜ ਮੁਕਤੀ ਵਾਲੇ ਕੋਲ ਇਹ ਤਾਕਤ ਨਹੀਂ ਹੈ। ਉਹ ਕਿਸੇ ਨੂੰ ਜਨਮ ਨਹੀਂ ਦੇ ਸਕਦਾ ਹੈ, ਨਾ ਉਹ ਕਿਸੇ ਦੀ ਪਾਲਣਾ ਕਰ ਸਕਦਾ, ਨਾ ਉਹ ਕਿਸੇ ਨੂੰ ਮੌਤ ਦੇ ਸਕਦਾ ਹੈ। ਸੋ ਇਹ ਫਰਕ ਰਹਿ ਜਾਂਦਾ। ਇਹ 4 ਤਰ੍ਹਾਂ ਦੀਆਂ ਮੁਕਤੀਆਂ ਨੇ। ਇੱਕ ਉਸ ਦੇਵਤੇ ਦਾ ਘਰ ਮਿਲ ਜਾਣਾ, ਇੱਕ ਉਸ ਦੇਵਤੇ ਵਰਗਾ ਹੀ ਬਣ ਜਾਣਾ, ਇੱਕ ਉਸ ਦੇਵਤੇ ਦੇ ਨਾਲ ਰਹਿਣ ਲੱਗ ਪੈਣਾ, ਤੇ ਚੌਥੀ ਮੁਕਤੀ ਇਹ ਹੈ ਕਿ ਬਹੁਤੇ ਕੰਮ ਹੋਣ ਤੇ ਬਹੁਤੇ ਸਰੀਰ ਬਣਾ ਕੇ ਉਹਨਾਂ ਕੰਮਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਕਰ ਲੈਣਾ। ਇਹ 4 ਮੁਕਤੀਆਂ ਨੇ। ਪਰ ਉਹਨਾਂ 4 ਮੁਕਤੀਆਂ ਵਿੱਚ ਤੈਨੂੰ ਮੌਤ ਤੋਂ ਮੁਕਤੀ ਫਿਰ ਵੀ ਨਹੀਂ ਮਿਲਣੀ ਹੈ। ਮੁਕਤੀਆਂ ਗਿਣੀਆਂ ਜ਼ਰੂਰ ਨੇ, ਪਰ ਮੌਤ ਤੋਂ ਮੁਕਤੀ ਨਹੀਂ ਹੈ।
ਜਿੰਨਾ ਚਿਰ ਤੇਰੀ ਬੰਦਗੀ ਹੈ ਉਹਨਾਂ ਚਿਰ ਉਸ ਦੇਵਤੇ ਕੋਲ ਰਵੇਂਗਾ, ਕਿਉਂਕਿ ਦੇਵਤੇ ਨੇ ਤੇ ਖੁਦ ਮਰ ਜਾਣਾ ਹੈ। ਬ੍ਰਹਮ ਮਹੇਸ਼ਰ ਬਿਸ਼ਨ ਸਤੀ ਪਤ ਅੰਤ ਫਸੇ ਜਾਂ ਫਾਂਸ ਪਰੇਂਗੇ। ਵੱਡੇ ਵੱਡੇ ਦੇਵਤਿਆਂ ਦਾ ਵੀ ਅੰਤ ਹੋਣਾ। ਜਿਹਦੇ ਘਰ ਵਿੱਚ ਤੂੰ ਰਹਿਣ ਗਿਆ, ਜਦੋਂ ਉਹਨੇ ਹੀ ਨਹੀਂ ਰਹਿਣਾ ਤੇ ਤੈਨੂੰ ਉਹਦੇ ਘਰ ਵਿੱਚ ਕੌਣ ਰਹਿਣ ਦੇਵੇਗਾ? ਤੈਨੂੰ ਵੀ ਤੇ ਫਿਰ ਮੌਤ ਆਵੇਗੀ। ਜਿਹਦੇ ਵਰਗਾ ਤੂੰ ਬਣ ਗਿਆ ਹੈ ਮੁਕਤੀ ਲੈ ਕੇ, ਜਦੋਂ ਉਹ ਹੀ ਨਹੀਂ ਰਿਹਾ ਫਿਰ ਤੂੰ ਉਹਦੇ ਵਰਗਾ ਕਿੱਥੋਂ ਰਹਿ ਸਕਦਾ ਹੈ? ਉਹਦੇ ਕੋਲ ਕਿਵੇਂ ਰਹਿ ਸਕਦਾ ਹੈ? ਤੇ ਸਜੁਜ ਮੁਕਤੀ ਤੇਰੇ ਵਿੱਚ ਉਹ ਤਾਕਤ ਨਹੀਂ ਜਿਹੜੀ ਪਰਮਾਤਮਾ ਦੇ ਵਿੱਚ ਤਾਕਤ ਹੈ। ਦੁਨੀਆ ਬਣਾਉਣ ਦੀ, ਦੁਨੀਆ ਸਮਾਪਤ ਕਰਨ ਦੀ ਉਹ ਤਾਕਤ ਤੇਰੇ ਵਿੱਚ ਨਹੀਂ ਹੈ। ਪਰ ਜਿਹੜੀ ਕੇਵਲ ਮੋਕਸ਼ ਹੈ ਉਹ ਪਰਮਾਤਮਾ ਦਾ ਰੂਪ ਹੀ ਹੋ ਜਾਣਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹਿ। ਕੇਵਲ ਮੋਕਸ਼ ਉਹ ਹੈ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਣਾ, ਉਹਦੇ ਵਿੱਚ ਹੀ ਸਮਾ ਜਾਣਾ, ਰਹਿ ਹੀ ਕੋਈ ਨਹੀਂ ਜਾਣਾ। ਵੱਖਰਾ ਸਰੂਪ ਜਾਂ ਵੱਖਰਾ ਸਰੀਰ ਜਾਂ ਵੱਖਰਾ ਲੋਕ ਕੋਈ ਨਹੀਂ ਹੈ, ਉਹਦੇ ਵਿੱਚ ਹੀ ਲੀਨ ਹੋ ਜਾਣਾ। ਉਸ ਨੂੰ ਕੇਵਲ ਮੋਕਸ਼ ਆਖਿਆ ਹੈ। ਜਿਵੇਂ ਭਾਈ ਪਾਰੋ ਜੀ ਨੂੰ ਆਖਿਆ ਗੁਰੂ ਅਮਰਦਾਸ ਪਾਤਸ਼ਾਹ ਨੇ, ਭਾਈ ਪਾਰੋ ਆਪਣਾ ਸਰੀਰ ਛੱਡ ਕੇ ਸਾਡੇ ਹਿਰਦੇ ਵਿੱਚ ਆ ਕੇ ਸਮਾ ਜਾ। ਬਚਨ ਸੁਣਿਆ ਭਾਈ ਪਾਰੋ ਨੇ, ਚੱਲਿਆ ਗੋਇੰਦਵਾਲ ਤੋਂ ਡੱਲੇ ਆ ਗਿਆ। ਸੁਲਤਾਨਪੁਰ ਦੇ ਨੇੜੇ ਇੱਕ ਨਗਰ ਹੈ ਡੱਲਾ। ਡੱਲੇ ਆ ਕੇ ਆਪਣਾ ਸਾਰਾ ਹੀ ਸਮਾਨ ਵੰਡ ਦਿੱਤਾ। ਆਪ ਹੀ ਆਵਾਜ਼ ਦੇ ਕੇ ਆਖਣ ਲੱਗਾ ਵੀ ਆ ਜਾਓ, ਲੈ ਜਾਓ ਮੇਰੇ ਘਰ ਦਾ ਸਮਾਨ। ਕਿਸੇ ਨੇ ਪੁੱਛਿਆ ਵੀ ਤੂੰ ਕੀ ਕਰਨਾ? ਕਹਿਣ ਲੱਗਾ ਮੈਂ ਤੇ ਛੱਡਣ ਲੱਗਾ ਸਰੀਰ। ਸਾਰਾ ਹੀ ਸਮਾਨ ਵੰਡ ਦਿੱਤਾ ਆਪਣਾ ਘਰ ਦਾ। ਆਪ ਆ ਕੇ ਤੇ ਇੱਕ ਘੋੜੀ ਬੜੀ ਸੋਹਣੀ ਘਰ ਵਿੱਚ ਬੱਧੀ ਹੈ। ਆਪਣੇ ਗੁਆਂਢੀ ਨੂੰ, ਕਿਸੇ ਪ੍ਰੇਮੀ ਨੂੰ ਆਖਿਆ ਇਹ ਘੋੜੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ 'ਚ ਪਹੁੰਚਾ ਕੇ ਆਉਣੀ, ਮਹਾਰਾਜ ਦੀ ਸਵਾਰੀ ਕਰਨ। ਇਸ ਤਰ੍ਹਾਂ ਕਹਿ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਭਾਈ ਪਾਰੋ ਨੇ ਆਪਣਾ ਸਰੀਰ ਛੱਡਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ। ਰਾਮ ਭਾਈ ਪਾਰੋ ਜੀ ਗੁਰੂ ਅਮਰਦਾਸ ਮਹਾਰਾਜ ਵਿੱਚ ਅਭੇਦ ਹੋ ਗਏ, ਲਿਵਲੀਨ ਹੋ ਗਏ। ਇਸ ਨੂੰ ਕੇਵਲ ਮੋਕਸ਼ ਆਖਿਆ ਹੈ। ਮਹਾਰਾਜ ਕਹਿਣ ਲੱਗੇ ਮੋਖ ਮੁਕਤ ਦੁਆਰ ਜਾ ਕੇ, ਜਿਸ ਪ੍ਰਮਾਤਮਾ ਦੇ ਦਰਵਾਜ਼ੇ ਤੇ ਚਾਰੇ ਮੁਕਤੀਆਂ ਖਲੋਤੀਆਂ ਨੇ, ਉਹਨਾਂ ਸਾਰਿਆਂ ਤੋਂ ਵੱਡੀ ਮੁਕਤੀ ਪੰਜਵੀਂ, ਜਿਸ ਨੂੰ ਕੇਵਲ ਮੋਕਸ਼ ਆਖਦੇ ਹਨ। ਸੰਤ ਹਿਰਦਾ ਭੰਡਾਰ, ਸੰਤਾਂ ਦੇ ਹਿਰਦੇ ਵਿੱਚ ਸ਼ੁਭ ਗੁਣਾਂ ਦਾ ਭੰਡਾਰ ਹੈ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵਾਧੂ। ਇਸ ਤਰ੍ਹਾਂ ਦੇ ਸ਼ੁਭ ਗੁਣਾਂ ਦਾ ਭੰਡਾਰ ਸਾਧੂਆਂ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ। ਜੀ ਜੁਗਤ ਸੁਜਾਨ ਸੁਆਮੀ, ਉਹ ਜਿਹੜਾ ਸੁਆਮੀ ਮਾਲਕ ਹੈ ਨਾ, ਉਹ ਜੀਆਂ ਦੀ ਜੁਗਤੀ ਨੂੰ ਜਾਣਨ ਵਾਸਤੇ ਸੁਜਾਨ ਕਹੀਏ ਬੜਾ ਹੀ ਸਿਆਣਾ ਚਤੁਰ ਹੈ। ਸਦਾ ਰਾਖਣ ਹਾਰ, ਸਦਾ ਹੀ ਆਪਣੇ ਭਗਤਾਂ ਸੰਤਾਂ ਨੂੰ, ਗੁਰਮੁਖਾਂ ਨੂੰ ਰੱਖਣ ਵਾਲਾ ਹੈ। ਦੁੱਖ ਦਰਦ ਕਲੇਸ਼ ਬਿਨਸਾ, ਪਰਮਾਤਮਾ ਦਾ ਨਾਮ ਜਪ ਕੇ ਗੁਰਮੁਖੋ ਇਹ ਜੰਮਣ ਮਰਨ ਦਾ ਦੁੱਖ ਖਤਮ ਹੋ ਜਾਂਦਾ ਹੈ। ਦੁਨੀਆ ਵਿੱਚ ਦੁੱਖ ਤੇ ਚਲੋ ਹੋਰ ਵੀ ਬੜੇ ਨੇ, ਪਰ ਸਭ ਤੋਂ ਵੱਡਾ ਦੁੱਖ ਹੈ ਜੰਮ ਕੇ ਆਉਣਾ ਤੇ ਮਰ ਕੇ ਜਾਣਾ। ਇਹ ਦੁੱਖ ਖਤਮ ਹੋ ਜਾਂਦਾ ਹੈ। ਤੇ ਦਰਦ ਜਿਹੜੇ ਸਰੀਰ ਵਿੱਚ ਉੱਠਣ ਵਾਲੇ ਇਹ ਵੀ ਮੁੱਕ ਜਾਂਦੇ। ਕਲੇਸ਼ ਜਿਹੜੀ ਈਰਖਾ ਹੈ ਇਹ ਵੀ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਅਵਿਦਿਆ, ਅਸਮਤਾ, ਰਾਗ, ਦਵੈਸ਼, ਅਬਨਿਵੇਸ਼, ਇਹ 5 ਤਰ੍ਹਾਂ ਦੇ ਗੁਰਮੁਖੋ ਕਲੇਸ਼ ਮੰਨੇ ਨੇ। ਇਹ ਸਾਰੇ ਖਤਮ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ। ਅਵਿਦਿਆ ਕਹੀਏ ਜਿਸ ਨੂੰ ਆਪਾਂ ਕਹਿੰਦੇ ਅਗਿਆਨ, ਇਹ ਵੀ ਦੁੱਖ ਹੈ, ਮੁੱਕ ਜਾਂਦਾ। ਉਹ ਗਿਆਨੀ ਬਣ ਜਾਂਦੇ। ਮਹਾਰਾਜ ਦੀ ਬਾਣੀ ਦਾ ਬਚਨ ਪੜ੍ਹਦੇ ਆ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਉਹਨਾਂ ਨੂੰ ਪੜ੍ਹਨ ਤੋਂ ਬਿਨਾਂ ਹੀ ਵਿਦਿਆ ਆ ਜਾਂਦੀ ਹੈ, ਪੜ੍ਹਨ ਦੀ ਲੋੜ ਨਹੀਂ ਪੈਂਦੀ ਹੈ। ਪੜ੍ਹਨ ਦੀ ਲੋੜ ਤੇ ਸਾਡੇ ਵਰਗੇ ਸੰਸਾਰੀ ਲੋਕਾਂ ਨੂੰ ਪੈਂਦੀ ਹੈ। ਨਾਮ ਜਪਣ ਵਾਲਿਆਂ ਨੂੰ ਸਾਰੀਆਂ ਹੀ ਵਿਦਿਆ ਜਿਹੜੀਆਂ ਸਾਹਮਣੇ ਹੋ ਜਾਂਦੀਆਂ, ਕਿਉਂਕਿ ਇਹ ਦਾਤ ਨਾਮ ਵਿੱਚੋਂ ਮਿਲੀ ਹੈ। ਅਸਮਤਾ, ਕਿਸੇ ਦੇ ਨਾਲ ਬਰਾਬਰੀ ਨਹੀਂ ਕਰਨੀ ਹੈ। ਅਸੀਂ ਤੇ ਹਮੇਸ਼ਾ ਦੁਨੀਆ ਵਿੱਚ ਇਹੋ ਹੀ ਕਰਦੇ ਰਹਿੰਦੇ ਨਾ, ਕੰਪੀਟੀਸ਼ਨ ਵਿੱਚ ਹੀ ਪਏ ਹੋਏ ਆ। ਫਲਾਣੇ ਨੇ ਆਹ ਕੱਪੜਾ ਪਾਇਆ, ਮੈਂ ਵੀ ਕੱਲ੍ਹ ਨੂੰ ਇਹੋ ਜਿਹਾ ਹੀ ਪਾਵਾਂਗਾ। ਇਹਨੇ ਇਹੋ ਜਿਹਾ ਘਰ ਬਣਾਇਆ, ਮੈਂ ਵੀ ਇਹਦੇ ਤੋਂ ਚੰਗਾ ਹੀ ਬਣਾਵਾਂਗਾ। ਇਹਨੇ ਆਹ ਚੀਜ਼ ਕੀਤੀ ਹੈ, ਮੈਂ ਵੀ ਇਹੋ ਹੀ ਕਰਾਂਗਾ। ਅਸੀਂ ਦੁਨੀਆ ਵਿੱਚ ਹਰ ਵੇਲੇ ਬਰਾਬਰੀ ਕਰਨ ਵਾਸਤੇ ਹੀ ਸੋਚਦੇ ਰਹਿੰਦੇ, ਪਰ ਗੁਰਮੁਖ ਨਾਮ ਜਪਣ ਵਾਲੇ ਇਸ ਬਰਾਬਰੀ ਤੋਂ ਪਰੇ ਹੋ ਜਾਂਦੇ। ਉਹ ਕਦੇ ਸੋਚਦੇ ਹੀ ਨਹੀਂ ਵੀ ਮੈਂ ਇਹਦੇ ਬਰਾਬਰ ਇਹੋ ਜਿਹਾ ਕਾਰਜ ਕਰਾਂ। ਰਾਗ ਨਾਮ ਹੈ ਮੋਹ ਦਾ, ਅਸੀਂ ਮੋਹ ਵਿੱਚ ਪਏ ਹਾਂ, ਗੁਰਮੁਖ ਨਹੀਂ ਪੈਂਦੇ। ਦਵੈਸ਼ ਨਾਮ ਈਰਖਾ ਦਾ, ਅਸੀਂ ਪਏ ਹਾਂ, ਗੁਰਮੁਖ ਨਹੀਂ ਪੈਂਦੇ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੰਨੇ ਵੀ ਵਿਕਾਰ ਹਨ ਇਹਨਾਂ ਸਾਰਿਆਂ ਤੋਂ ਗੁਰਮੁਖ ਪਰੇ ਹੋ ਜਾਂਦੇ ਹਨ। ਜਿਸ ਬਸੈ ਮਨ ਮਾਹੇ, ਜਿਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਹਦੇ ਮਨ ਵਿੱਚੋਂ ਸਾਰੇ ਕਲੇਸ਼ ਮੁੱਕ ਜਾਂਦੇ ਹਨ। ਮਿਰਤ ਨਰਕ ਅਸਥਾਨ ਵਿਖੜੇ, ਇਹ ਜਿਹੜੀ ਮਿਰਤ ਮੌਤ ਹੈ, ਨਰਕ ਜਿੱਥੇ ਮਰ ਕੇ ਜੀਵ ਨਰਕਾਂ ਵਿੱਚ ਪੈਂਦਾ ਹੈ, ਅਤੇ ਜਿਹੜੇ ਵਿਖੜੇ ਸਥਾਨ ਗ੍ਰੰਥਾਂ ਵਿੱਚ ਲਿਖੇ ਨੇ। ਮੁਸਲਮਾਨ ਧਾਰਮਿਕ ਗ੍ਰੰਥ ਵਿੱਚ ਲਿਖਿਆ, ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਵੀ ਵੈਤਰਣੀ ਨਦੀ ਹੈ। ਜਦੋਂ ਮਨੁੱਖ ਨੂੰ ਇਹਦੀ ਆਤਮਾ ਲੈ ਕੇ ਜੰਮ ਜਾਂਦੇ ਨੇ ਉੱਥੋਂ ਕੱਢਿਆ ਜਾਂਦਾ। ਵੈਤਰਣੀ ਨਾਮ ਦੀ ਨਦੀ ਹੈ, ਅਸਪੱਤਰ ਨਾਮ ਦਾ ਇੱਕ ਜੰਗਲ ਹੈ, ਉਹਦੇ ਵਿੱਚੋਂ ਕੱਢਿਆ ਜਾਂਦਾ ਹੈ। ਬੜੇ ਬੜੇ ਜੰਗਲਾਂ ਦੇ ਅੱਗ ਲੱਗੀ, ਉਹਦੇ ਵਿੱਚੋਂ ਕੱਢਿਆ। ਇਹ ਧਾਰਮਿਕ ਗ੍ਰੰਥਾਂ ਦੀਆਂ ਗਵਾਹੀਆਂ ਨੇ, ਹਿੰਦੂ ਧਰਮ ਦੇ, ਮੁਸਲਮਾਨ ਧਰਮ ਦੇ, ਈਸਾਈ ਮਤ ਦੇ ਗ੍ਰੰਥਾਂ ਵਿੱਚ। ਮਹਾਰਾਜ ਕਹਿੰਦੇ ਭਾਈ ਉਹ ਵਿਖੜਾ ਥਾਂ ਹੈ, ਔਖਾ ਥਾਂ ਹੈ ਜਿੱਥੋਂ ਤੈਨੂੰ ਲੈ ਕੇ ਜਾਣਾ ਹੈ। ਪਰ ਜਿਹੜੇ ਨਾਮ ਜਪਦੇ ਹਨ ਵਿਖ ਨਾ ਪੋਹੇ ਤਾਹੇ, ਉਹਨਾਂ ਨੂੰ ਇਹ ਵਿਖ ਵਿਸ਼ਿਆਂ ਦੀ ਜ਼ਹਿਰ ਨਹੀਂ ਪੂੰਹਦੀ ਹੈ। ਉਹਨਾਂ ਨੂੰ ਨਾ ਨਰਕ ਵਿੱਚ ਪਾਇਆ ਜਾਂਦਾ ਹੈ, ਨਾ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਹੈ। ਉਹ ਮਰਜ਼ੀ ਦੇ ਨਾਲ ਹੀ ਆਏ। ਜਨ ਪਰਉਪਕਾਰੀ ਆਏ, ਉਹ ਆਏ ਪਰਉਪਕਾਰ, ਮਰਜ਼ੀ ਨਾਲ ਆਏ। ਉਹਨਾਂ ਨੇ ਮਰਜ਼ੀ ਨਾਲ ਚਲੇ ਜਾਣਾ ਹੈ। ਨਾ ਜੰਮਣ ਦਾ ਦੁੱਖ ਹੈ, ਨਾ ਮਰਨ ਦਾ ਦੁੱਖ ਹੈ, ਨਾ ਨਰਕਾਂ ਦੀ ਪਰਵਾਹ ਹੈ, ਕਿਉਂਕਿ ਉਹ ਮੌਜ ਦੇ ਮਾਲਕ ਨੇ। ਮਹਾਰਾਜ ਨੇ ਤੇ ਆਪ ਲਿਖਿਆ ਦੇਖਣ ਆਇਓ ਜਗਤ ਤਮਾਸ਼ਾ, ਮੌਜ ਦੇ ਮਾਲਕ ਨੇ, ਜਦੋਂ ਮਰਜ਼ੀ ਆਉਂਦੇ ਤੇ ਜਾਂਦੇ ਰਹਿੰਦੇ। ਇਹ ਵਿਖ ਕਹੀਏ ਜਿਹੜੇ ਵਿਸ਼ੇ ਵਿਕਾਰ ਨੇ, ਇਹ ਉਹਨਾਂ ਨੂੰ ਪੋਹ ਨਹੀਂ ਸਕਦੇ। ਤੇ ਵਿਖ ਦਾ ਦੂਜਾ ਅਰਥ ਕੀਤਾ ਹੈ ਮਾਇਆ। ਜਿਵੇਂ ਅਸੀਂ ਦੁਨਿਆਵੀ ਲੋਕ ਮਾਇਆ ਵਿੱਚ ਫਸੇ ਆ, ਉਹਨਾਂ ਨੂੰ ਮਾਇਆ ਵੀ ਨਹੀਂ ਪੋਹ ਸਕਦੀ। ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕਰਦੇ ਪਏ। ਵਜ਼ੀਰ ਖਾਨ ਕਹਿਣ ਲੱਗਾ ਸਾਹਿਬਜ਼ਾਦਿਆਂ ਨੂੰ ਦੱਸੋ ਕਿੰਨੇ ਪਿੰਡ ਚਾਹੀਦੇ, ਮੈਂ ਪਟਾ ਲਿਖ ਦੇਵਾਂ। ਕਿੰਨੇ ਹਾਥੀ ਘੋੜੇ ਚਾਹੀਦੇ ਦੱਸੋ, ਮੈਂ ਉਹ ਵੀ ਦੇ ਦੇਵਾਂ। ਕਿੰਨੀ ਫੌਜ ਚਾਹੀਦੀ ਹੈ ਉਹ ਵੀ ਦੇ ਦਿੰਦਾ। ਇੱਥੋਂ ਤੱਕ ਕਿ ਮੇਰੀ ਲੜਕੀ ਮੇਰੇ ਘਰ ਵਿੱਚ ਹੈ, ਜੇ ਕਹੋ ਤਾਂ ਮੈਂ ਉਹਦਾ ਵਿਆਹ ਵੀ ਕਰਵਾ ਦਿੰਦਾ। ਦਿੱਤੇ ਗਏ ਨਾ ਦੁਨਿਆਵੀ ਇਹ ਮਾਇਆ ਦੇ ਲਾਲਚ। ਤੇ ਬਾਬਾ ਫਤਿਹ ਸਿੰਘ ਨੇ 7 ਸਾਲ ਦੀ ਉਮਰਾਂ ਵਿੱਚ ਆਖਿਆ ਵਜ਼ੀਰ ਖਾਨ ਜਿੰਨੇ ਤੂੰ ਸਾਨੂੰ ਲਾਲਚ ਦੀਆਂ ਗੱਲਾਂ ਕੀਤੀਆਂ, ਇਸ ਤੇਰੇ ਸਾਰੇ ਜਿੰਨੇ ਲਾਲਚ ਨੇ ਅਸੀਂ ਜੁੱਤੀ ਦੀ ਨੋਕ ਦੇ ਨਾਲ ਇਸ ਨੂੰ ਠੋਕਰ ਮਾਰਦੇ ਹਾਂ, ਸਾਨੂੰ ਨਹੀਂ ਚਾਹੀਦਾ ਕੁਝ ਵੀ। ਕਹਿਣ ਲੱਗੇ ਦੁਨਿਆਵੀ ਮਾਇਆ, ਦੁਨਿਆਵੀ ਬੰਦੇ ਖਰੀਦੇ ਜਾਂਦੇ ਮਾਇਆ ਨਾਲ। ਰੱਬ ਦੇ ਪਿਆਰਿਆਂ ਨੂੰ ਮਾਇਆ ਪੋਹ ਨਹੀਂ ਸਕਦੀ। ਜਿੰਨੇ ਮਰਜ਼ੀ ਕੋਈ ਲਾਲਚ ਦੇਈ ਜਾਵੇ ਉਹ ਮਾਇਆ ਤੋਂ ਨਿਰਲੇਪ ਹੋ ਜਾਂਦੇ ਹਨ। ਰਿੱਧ ਸਿੱਧ ਨਾਮ ਨਿੱਧ, ਰਿੱਧੀਆਂ ਸਿੱਧੀਆਂ ਤੇ ਨੌਂਦ ਦੀਆਂ ਜਿੰਨੀਆਂ ਵੀ ਹਨ, ਜਾ ਕੇ ਅੰਮ੍ਰਿਤਾ ਪ੍ਰਵਾਹ, ਇਹ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਹਰ ਵੇਲੇ ਹਾਜ਼ਰ ਰਹਿੰਦੀਆਂ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿੱਥੇ ਨਾਮ ਦਾ ਪ੍ਰਵਾਹ ਚੱਲਦਾ ਹੈ, ਆਪਣੇ ਇਸ ਸਥਾਨ ਤੇ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਨਿਤਨੇਮ, ਔਰ ਸਾਰਿਆਂ ਤੋਂ ਵੱਡੀ ਦਾਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ। ਜਿੱਥੇ ਇਹ ਦਾਤ ਮਿਲਦੀ ਹੈ, ਮਹਾਰਾਜ ਕਹਿਣ ਲੱਗੇ ਰਿੱਧੀਆਂ ਸਿੱਧੀਆਂ ਤੇ ਸੁਤੇ ਸਿੱਧੀ ਉੱਥੇ ਤੁਰੀਆਂ ਫਿਰਦੀਆਂ। ਕਈ ਵਾਰੀ ਸੰਗਤ ਬਚਨ ਕਰਦੀ ਹੈ ਨਾ, ਅਸੀਂ ਇੱਥੇ ਆ ਕੇ ਅਰਦਾਸ ਕਰਵਾਉਂਦੇ ਹਾਂ, ਸਾਡੀ ਅਰਦਾਸ ਪੂਰੀ ਹੋ ਜਾਂਦੀ ਹੈ। ਅਸੀਂ ਕੁਝ ਮੰਗਦੇ ਹਾਂ, ਸਾਨੂੰ ਇੱਥੋਂ ਮਿਲ ਜਾਂਦਾ ਹੈ। ਉਹਦਾ ਕਾਰਨ ਇਹ ਹੈ ਇੱਥੇ ਗੁਰਬਾਣੀ ਦਾ ਪ੍ਰਵਾਹ ਜਦੋਂ ਚੱਲਦਾ ਹੈ, ਗੁਰਬਾਣੀ ਦੇ ਪ੍ਰਵਾਹ ਦੇ ਨਾਲ ਰਿੱਧੀਆਂ ਸਿੱਧੀਆਂ ਇੱਥੇ ਆ ਕੇ ਨਿਵਾਸ ਕਰਦੀਆਂ। ਜਦੋਂ ਕੋਈ ਸਿੱਖ ਮੰਗਦਾ ਗੁਰੂ ਕੋਲੋਂ ਅਰਦਾਸ ਕਰਕੇ ਝਾਟੀ ਪਦਾਰਥ ਮਿਲਦੇ ਪਏ। ਤੇ ਗੁਰਮੁਖੋ ਗੁਰਬਾਣੀ ਦੀ ਜਿਹੜੀ ਕਥਾ ਹੈ ਨਾ, ਸ਼ੁਰੂ ਤੋਂ ਲੈ ਕੇ ਸਮਾਪਤੀ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਜਿੱਥੇ ਇਹ ਕਥਾ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਦੇ, ਉੱਥੇ ਇਹੋ ਜਿਹੀਆਂ ਵਸਤੂਆਂ ਤੇ ਆਮ ਗੱਲ ਹੀ ਨੇ, ਮਾਮੂਲੀ ਨੇ, ਝਾਟੀ ਪ੍ਰਾਪਤ ਹੋ ਜਾਂਦੀਆਂ। ਇਹ ਕਥਾ ਦੀ ਦਾਤ ਸੁਣਨ ਵਾਲਿਆਂ ਨੂੰ ਤੇ ਮੋਕਸ਼ ਮਿਲਦੀ ਹੈ, ਕੇਵਲ ਮੁਕਤੀ ਮਿਲ ਜਾਂਦੀ ਹੈ। ਇਹ ਪਦਾਰਥ ਤੇ ਦੁਨੀਆ ਦੇ ਕੁਝ ਵੀ ਨਹੀਂ, ਇਹ ਤੇ ਆਪਣੇ ਆਪ ਹੀ ਮਗਰ ਭੱਜੇ ਫਿਰਦੇ। ਐਸੀ ਵੱਡੀ ਦਾਤ ਹੈ। ਮਹਾਰਾਜ ਕਹਿੰਦੇ ਜਿੱਥੇ ਤੇਰੀ ਅੰਮ੍ਰਿਤ ਬਾਣੀ ਦਾ ਪ੍ਰਵਾਹ ਚੱਲਦਾ ਹੈ ਨਾ ਅਕਾਲ ਪੁਰਖ, ਉੱਥੇ ਰਿੱਧੀਆਂ ਸਿੱਧੀਆਂ ਆਪ ਤੁਰੀਆਂ ਫਿਰਦੀਆਂ ਹਨ। ਆਦਿ ਅੰਤੇ ਮਦ ਪੂਰਨ, ਉਹ ਪ੍ਰਮਾਤਮਾ ਸਾਰੇ ਕਾਲਾਂ ਵਿੱਚ ਹੈ। ਊਚ ਗਮ ਅਗਾਹ, ਉਹ ਪ੍ਰਮਾਤਮਾ ਅਗਮ ਕਹੀਏ ਖੌਫ ਤੋਂ ਰਹਿਤ ਹੈ, ਅਗਾਹ ਕਹੀਏ ਬੜਾ ਹੀ ਅਗਾਧ ਬੋਧ ਹੈ। ਸਿੱਧ ਸਾਧਕ ਦੇਵ ਮੁੰਜਨ, 84 ਸਿੱਧ ਸਾਧਨਾ ਕਰਨ ਵਾਲੇ ਵੱਡੇ ਵੱਡੇ 33 ਕਰੋੜ ਦੇਵਤੇ ਮੁਨੀ ਜਨ ਮਹਾਤਮਾ ਜੋ ਵੀ ਦੁਨੀਆ ਤੇ ਹਨ। ਵੇਦ ਕਰੇ ਉਚਾਰ,
ਜਿਹੜੇ ਵੇਦ ਨੇ ਉਹ ਵੀ ਇਹ ਗੱਲ ਕਹਿੰਦੇ ਨੇ, ਜਿਹੜੇ 4 ਵੇਦ ਹਨ ਉਹ ਵੀ ਪ੍ਰਮਾਤਮਾ ਦੇ ਜਸ ਨੂੰ ਆਖਦੇ ਹਨ। ਸਿਮਰ ਸੁਆਮੀ ਸੁਖ ਸਹਿਜ ਪੁੰਚੈ। ਉਸ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ, ਤੂੰ ਅਸਹਿਜ ਕਹੀਏ ਬੇਅੰਤ ਸੁਖ ਨੂੰ ਪ੍ਰਾਪਤ ਕਰੇਗਾ। ਨਹੀਂ ਅੰਤ ਪਾਰਾਵਾਰ। ਪ੍ਰਮਾਤਮਾ ਦਾ ਕੋਈ ਪਾਰਾਵਾਰ ਨਹੀਂ ਹੈ। ਅਨੇਕ ਪ੍ਰਾਚਤ ਮਿਟੈ ਖਿਨਮੈ। ਜਿਹੜਾ ਨਾਮ ਜਪਦਾ ਉਹਦੇ ਅਨੇਕਾਂ ਪਾਪ ਪ੍ਰਮਾਤਮਾ ਇੱਕ ਖਿਣ ਵਿੱਚ ਹੀ ਮਾਫ ਕਰ ਦਿੰਦਾ ਹੈ। ਹਿਰਦੈ ਜਪ ਭਗਵਾਨ। ਇਸ ਕਰਕੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪਨਾ ਕਰ। ਪਾਵਨਾ ਤੇ ਮਹਾ ਪਾਵਨ। ਪ੍ਰਮਾਤਮਾ ਦਾ ਨਾਮ ਜਿਨ੍ਹਾਂ ਨੇ ਹਿਰਦੇ ਵਿੱਚ ਜਪਿਆ ਹੈ ਉਹ ਪਵਿੱਤਰ ਤੋਂ ਵੀ ਮਹਾ ਪਵਿੱਤਰ ਹੋ ਗਏ, ਐਸਾ ਉਸ ਦਾ ਨਾਮ ਹੈ। ਕੋਟ ਦਾਨ ਇਸ਼ਨਾਨ। ਅਤੇ ਕਰੋੜਾਂ ਹੀ ਦਾਨਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤਨਾ ਕੀ ਰਾਸ। ਸਤਿਗੁਰੂ ਕਹਿਣ ਲੱਗੇ ਬਲ ਸਰੀਰ ਦਾ ਹੈ, ਬੁੱਧ ਜਿਹੜੀ ਬੁੱਧੀ ਦੀ ਤਾਕਤ ਹੈ, ਅਕਲ ਦੀ ਸਿਆਣਪ ਹੈ, ਸੁਧ ਤੋਂ ਭਾਵ ਹੈ ਸ਼ੁੱਧੀ, ਪ੍ਰਾਣ ਤੋਂ ਭਾਵ ਜਿਹੜੇ ਸਾਡੇ ਪ੍ਰਾਣ ਹਨ, ਸਰਬ ਸੋ ਸੰਤਨਾ ਕੀ ਰਾਸ, ਪੂੰਜੀ ਉਸ ਪ੍ਰਭੂ ਦਾ ਨਾਮ ਹੀ ਹੈ ਤੇ ਸੰਤਾਂ ਦੀ ਸਰਬ ਵਸਤੂ ਹੈ ਪਰਮੇਸ਼ਰ ਦਾ ਨਾਮ, ਸਾਰੀਆਂ ਦਾਤਾਂ ਉਹਦੇ ਵਿੱਚੋਂ ਹਨ। ਬਿਸਰ ਨਾਹੀ ਨਿਮਕ ਮਨ ਤੇ। ਬੇਨਤੀ ਕਰ ਸਤਿਗੁਰੂ ਨਿਮਕ ਜਿੰਨਾ ਸਮਾਂ ਵੀ ਆਪ ਭੁੱਲਣਾ ਨਾ ਕਰੋ। ਨਾਨਕ ਕੀ ਅਰਦਾਸ। ਸਾਡੀ ਤੇ ਅਰਦਾਸ ਇਹ ਹੈ, ਬੇਨਤੀ ਇਹ ਹੈ ਵੀ ਇੱਕ ਨਿਮਕ ਜਿੰਨਾ ਸਮਾਂ ਵੀ ਆਪ ਭੁੱਲੋ ਨਾ, ਹਮੇਸ਼ਾ ਚੇਤੇ ਰਵੇ ਸਾਡੇ ਮਨ ਵਿੱਚ ਤੁਹਾਡਾ ਨਾਮ। ਐਸੀ ਕਿਰਪਾ ਕਰੋ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ, ਅਸੀਂ ਸੜੀਆਂ ਸਾਹਿਬ ਸੇ ਮਿਲੋ। ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤਨਾ ਕੀ ਰਾਸ। ਬਿਸਰ ਨਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।